बाप अते बेटे अते रूह पाक दे नाम उते आमीन। साडे प्रभु यीशु मसीह दा फजल, खुदा बाप दा प्रेम ते रूह पाक दी सांझ तुहाडे नाल होवे अते तुहाडी रूह नाल भी होवे। मसीह वे प्यारे भैणों ते भराओ, आओ ਅਸੀਂ खुदा ਦਾ ਧੰਨਵਾਦ ਕਰੀਏ। ਇਹ ਜੋ ਇੱਕ ਹੋਰ ਦਿਨ खुदा ने ਸਾਡੇ ਜੀਵਨ ਵਿੱਚ ਜੋੜਿਆ ਹੈ। ਅਸੀਂ ਖਾਸ ਤੌਰ ਤੇ ਅੱਜ ਦੇ ਪਵਿੱਤਰ ਪਾਠਾਂ ਦੇ ਰਾਹੀਂ ਇਸ ਗੱਲ ਉੱਤੇ ਵਿਸ਼ਵਾਸ ਕਰੀਏ ਕਿ ਅਸੀਂ खुदा ਦੀ ਰਚਨਾ ਹਾਂ, ਅਸੀਂ ਉਸ ਦੀ ਸੰਤਾਨ ਹਾਂ ਤੇ खुदा ਨੇ ਸਿਰਫ ਮਨੁੱਖੀ ਨਹੀਂ, ਜਿਸ ਕਿਸ ਨੂੰ ਵੀ ਰਚਿਆ ਹੈ, ਜਿਸ ਦੀ ਸਿਰਜਣਾ ਕੀਤੀ ਹੈ, ਸਭਨਾਂ ਦੀ ਦੇਖਭਾਲ ਕਰਦਾ ਹੈ। ਸਾਨੂੰ ਸਿਰਫ ਇੱਕ ਗੱਲ ਦੀ ਲੋੜ ਹੈ ਕਿ ਅਸੀਂ ਆਪਣੀ ਨਿਰਭਰਤਾ ਨੂੰ खुदा उत्ते ਜ਼ਾਹਰ ਕਰੀਏ। ਇਸ ਗੱਲ ਉੱਤੇ ਭਰੋਸਾ ਰੱਖੀਏ ਕਿ खुदा ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਅਤੇ ਉਹ ਪੂਰਾ ਕਰੇਗਾ। ਸਿਰਫ ਸਾਡੇ ਕੋਲੋਂ ਉਹ ਵਿਸ਼ਵਾਸ ਦੀ ਮੰਗ ਕਰਦਾ ਹੈ ਕਿ ਸਾਡੇ ਵਿੱਚ ਇਹ ਵਿਸ਼ਵਾਸ ਹੈ ਕਿ खुदा ਇਹ ਸਾਰਾ ਕੁਝ ਕਰ ਸਕਦਾ ਹੈ। ਜੇਕਰ ਅਸੀਂ ਉਸ ਦੀ ਸਿਰਜਣਾ ਹਾਂ, ਅਸੀਂ ਉਹਦੀ ਸੰਤਾਨ ਹਾਂ, ਸਾਡੇ ਵਿੱਚ ਹਰ ਰੋਜ਼ ਦਾ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਹਾਂ, खुदा साडा सिरजनहार, साडा पिता साडियां सारियां ਜ਼ਰੂਰਤਾਂ ਨੂੰ पूरा करेगा। आओ ਅਸੀਂ ਅੱਜ ਦੀ ਇਸ ਪਾਕ ਮਾਂ ਦੀ ਕੁਰਬਾਨੀ ਵਿੱਚ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੀਆਂ ਅਰਜ਼ਾਂ ਮਿੰਨਤਾਂ ਦੁਆਵਾਂ ਨੂੰ ਇਸ ਅਲਤਾਰ ਉੱਤੇ ਚੜਾਉਂਦੇ ਹੋਏ ਪ੍ਰਾਰਥਨਾ ਕਰੀਏ ਤੇ ਇਸ ਪਾਕ ਮਾਸ ਵਿੱਚ ਯੋਗ ਢੰਗ ਨਾਲ ਹਿੱਸਾ ਲੈਣ ਦੇ ਲਈ ਆਪਣੇ ਆਪ ਦੀ ਤਿਆਰੀ ਕਰੀਏ। ਕਿਤੇ ਸਾਰੇ ਗਲਤੀਆਂ ਗੁਨਾਹ ਤੋਂ ਮਾਫੀ ਮੰਗਦੇ ਹੋਏ आओ ਅਸੀਂ ਪਛਤਾਏ ਪਰ ਦਿਲ ਨਾਲ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। करो भगवन, कृपा करो भगवन, क्षमा करो भगवन, हमारे पाप कर्म। दया करो भगवन, कृपा करो भगवन, क्षमा करो भगवन, हमारे पाप कर्म। पापी है हम सब प्रभु, चरणों में आए तेरे। पापी है हम सब प्रभु, चरणों में आए तेरे। हमारी तो सुन, अपराध मिटा दे प्रभु। दया करो भगवन, कृपा करो भगवन, क्षमा करो भगवन, हमारे पाप कर्म। हमारे पाप कर्म, हमारे पाप कर्म। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਤੂੰ ਨੇਕ ਲੋਕਾਂ ਦੀ ਉਮੀਦ ਅਤੇ ਉਹਨਾਂ ਦਾ ਚਾਨਣ ਹੈ। ਅਸੀਂ ਹਲੀਮੀ ਨਾਲ ਬੇਨਤੀ ਕਰਦੇ ਹਾਂ
ਕਿ ਤੂੰ ਸਾਡੇ ਦਿਲਾਂ ਨੂੰ ਤਿਆਰ ਕਰ ਤਾਂ ਜੋ ਅਸੀਂ ਤੇਰੇ ਅੱਗੇ ਸਹੀ ਢੰਗ ਨਾਲ ਦੁਆ ਕਰੀਏ ਅਤੇ ਤੇਰੀ ਵਡਿਆਈ ਕਰਨਾ ਸਾਡਾ ਫਰਜ਼ ਸਮਝ ਕੇ ਹਮੇਸ਼ਾ ਤੇਰੀ ਸਨਾ ਗਾਉਂਦੇ ਰਹੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗ ਟਾਣਾ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 5 ਬਾਬ 34 ਤੋਂ 42 ਆਇਤ ਤੱਕ। ਪਰ ਗਮਲੀਏਲ ਨਾਂ ਦਾ ਇੱਕ ਫਰੀਸੀ ਜੋ ਨੇਮ ਸ਼ਾਸਤਰ ਦਾ ਪੜ੍ਹਾਉਣ ਵਾਲਾ ਸੀ ਅਤੇ ਸਾਰੇ ਲੋਕਾਂ ਵਿੱਚ ਉਸ ਦਾ ਆਦਰ ਸੀ, ਸਭਾ ਵਿੱਚ ਖੜਾ ਹੋਇਆ ਅਤੇ ਪ੍ਰਮੁੱਖ ਚੇਲਿਆਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢਣ ਲਈ ਕਿਹਾ। ਉਸਨੇ ਸਭਾ ਦੇ ਲੋਕਾਂ ਨੂੰ ਕਿਹਾ, ਹੇ ਇਸਰਾਈਲੀਓ, ਸਾਵਧਾਨ ਰਹੋ ਕਿ ਤੁਸੀਂ ਇਹਨਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ। ਕੁਝ ਸਮਾਂ ਪਹਿਲੇ ਥਿਉਦਾਸ ਉੱਠਿਆ ਸੀ। ਉਹ ਕਹਿੰਦਾ ਸੀ ਕਿ ਉਹ ਵੀ ਕੁਝ ਹੈ। ਕੋਈ 400 ਆਦਮੀ ਵੀ ਉਸ ਦੇ ਪਿੱਛੇ ਲੱਗ ਪਏ, ਪਰ ਉਹ ਮਾਰਿਆ ਗਿਆ। ਪਿੱਛੋਂ ਉਸ ਦੇ ਸਮਰਥਕ ਵੀ ਖਿੰਡ ਗਏ ਅਤੇ ਪਿੱਛੇ ਕੁਝ ਵੀ ਨਾ ਬਚਿਆ। ਇਸ ਦੇ ਪਿੱਛੋਂ ਜਨਗਣਨਾ ਦੇ ਦਿਨਾਂ ਵਿੱਚ ਗਲੀਲ ਨਿਵਾਸੀ ਯਹੂਦਾ ਉੱਠਿਆ ਅਤੇ ਆਪਣੇ ਅੰਦੋਲਨ ਰਾਹੀਂ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ, ਪਰ ਉਹ ਵੀ ਮਾਰਿਆ ਗਿਆ ਅਤੇ ਉਸ ਦੇ ਪਿੱਛੇ ਚੱਲਣ ਵਾਲੇ ਵੀ ਖਿੰਡ ਪੁੰਡ ਗਏ। ਇਸ ਲਈ ਇਸ ਮਾਮਲੇ ਵਿੱਚ ਮੇਰਾ ਤੁਹਾਨੂੰ ਕਹਿਣਾ ਹੈ, ਇਹਨਾਂ ਆਦਮੀਆਂ ਤੋਂ ਦੂਰ ਹੀ ਰਹੋ ਅਤੇ ਇਹਨਾਂ ਨੂੰ ਛੱਡ ਦਿਓ, ਕਿਉਂਕਿ ਜੇਕਰ ਇਹ ਯੋਜਨਾ ਜਾਂ ਕੰਮ ਆਦਮੀਆਂ ਵੱਲੋਂ ਹੈ ਤਾਂ ਇਹ ਆਪੇ ਖਤਮ ਹੋ ਜਾਵੇਗਾ, ਪਰ ਜੇਕਰ ਪਰਮੇਸ਼ਵਰ ਵੱਲੋਂ ਹੈ ਤਾਂ ਤੁਸੀਂ ਇਸ ਨੂੰ ਖਤਮ ਨਹੀਂ ਕਰ ਸਕੋਗੇ। ਸਗੋਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿਰੁੱਧ ਲੜਦੇ ਦੇਖੋ। ਉਹਨਾਂ ਨੇ ਇਹ ਗੱਲ ਮੰਨ ਲਈ। ਉਹਨਾਂ ਨੇ ਪ੍ਰਮੁੱਖ ਚੇਲਿਆਂ ਨੂੰ ਸੱਦਿਆ, ਪਿਟਵਾਇਆ ਅਤੇ ਇਹ ਹੁਕਮ ਦੇ ਕੇ ਕਿ ਯੀਸ਼ੂ ਦੇ ਨਾਂ 'ਤੇ ਫਿਰ ਨਾ ਬੋਲਣਾ ਛੱਡ ਦਿੱਤਾ। ਪਰ ਪ੍ਰਮੁੱਖ ਚੇਲੇ ਸਭਾ ਦੇ ਸਾਹਮਣਿਓਂ ਖੁਸ਼ੀ ਨਾਲ ਗਏ ਕਿ ਉਹਨਾਂ ਨੂੰ ਇਸ ਨਾਂ ਦੇ ਲਈ ਅਪਮਾਨਿਤ ਹੋਣ ਦਾ ਮਾਣ ਮਿਲਿਆ ਹੈ। ਉਹ ਹਰ ਦਿਨ ਬਿਨਾਂ ਰੁਕੇ ਮੰਦਰ ਵਿੱਚ ਅਤੇ ਘਰ ਘਰ ਜਾ ਕੇ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਕਿ ਯੀਸ਼ੂ ਹੀ ਮਸੀਹ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
अपनी सुना दे। बोल मसीहा सुनता तेरा दास, वाणी तू अपनी सुना दे। वचन तेरा सिखा दे, उस पर चलना सिखा दे। वचन तेरा सिखा दे, उस पर चलना सिखा दे। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा संत यूहन्ना दे अनुसार ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 6 ਅਧਿਆਇ 1 ਤੋਂ 15 ਆਇਤ। ਇਸ ਤੋਂ ਬਾਅਦ ਯਿਸੂ ਗਲੀਲ ਦੇ ਸਾਗਰ ਦੇ ਦੂਜੇ ਪਾਸੇ ਗਿਆ, ਜੋ ਤਬੇਰੀਅਸ ਦਾ ਸਾਗਰ ਹੈ। ਇੱਕ ਵੱਡੀ ਭੀੜ ਉਸ ਦੇ ਪਿੱਛੇ ਤੁਰ ਪਈ, ਕਿਉਂਕਿ ਉਹਨਾਂ ਨੇ ਉਹ ਚਮਤਕਾਰ ਵੇਖੇ ਸਨ ਜਿਹੜੇ ਯਿਸੂ ਨੇ ਬਿਮਾਰਾਂ ਉੱਤੇ ਕੀਤੇ ਸਨ। ਯਿਸੂ ਪਹਾੜ ਉੱਤੇ ਗਿਆ ਅਤੇ ਚੇਲਿਆਂ ਦੇ ਨਾਲ ਉੱਥੇ ਬੈਠ ਗਿਆ। ਯਹੂਦੀਆਂ ਦਾ ਤਿਉਹਾਰ ਪਾਸਕਾ ਲਾਗੇ ਸੀ। ਯਿਸੂ ਨੇ ਆਪਣੀਆਂ ਅੱਖਾਂ ਉਤਾਰ ਚੁੱਕੀਆਂ ਅਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਫਿਲਿਪ ਨੂੰ ਕਿਹਾ, ਇਹਨਾਂ ਲੋਕਾਂ ਦੇ ਖਾਣ ਲਈ ਅਸੀਂ ਰੋਟੀ ਕਿਵੇਂ ਮੁੱਲ ਲਈਏ? ਉਸਨੇ ਇਹ ਗੱਲ ਉਸ ਨੂੰ ਪਰਖਣ ਲਈ ਕਹੀ ਸੀ, ਕਿਉਂਕਿ ਉਹ ਆਪ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਹੈ। ਫਿਲਿਪ ਨੇ ਉੱਤਰ ਦਿੱਤਾ, 200 ਦਿਨਾਰ ਦੀਆਂ ਰੋਟੀਆਂ ਵੀ ਕਾਫੀ ਨਹੀਂ ਹੋਣਗੀਆਂ ਕਿ ਉਹਨਾਂ ਵਿੱਚੋਂ ਹਰ ਇੱਕ ਨੂੰ ਥੋੜੀ ਥੋੜੀ ਮਿਲ ਜਾਵੇ। ਚੇਲਿਆਂ ਵਿੱਚੋਂ ਇੱਕ ਸ਼ਮਨ ਪਤਰਸ ਦੇ ਭਰਾ ਇੰਦਰੀਆਸ ਨੇ ਉਸ ਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਸ ਦੇ ਕੋਲ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਹਨ, ਪਰ ਉਹ ਇਹਨਾਂ ਸਾਰਿਆਂ ਲੋਕਾਂ ਲਈ ਕੀ ਹਨ? ਯਿਸੂ ਨੇ ਕਿਹਾ, ਲੋਕਾਂ ਨੂੰ ਬਿਠਾ ਦਿਓ। ਉਸ ਥਾਂ ਘਾਹ ਬਹੁਤ ਸੀ, ਇਸ ਲਈ ਆਦਮੀ ਬੈਠ ਗਏ, ਜਿਨ੍ਹਾਂ ਦੀ ਗਿਣਤੀ ਲਗਭਗ 5000 ਸੀ। ਫਿਰ ਯਿਸੂ ਨੇ ਰੋਟੀਆਂ ਲਈਆਂ, ਧੰਨਵਾਦ ਕਰਨ ਤੋਂ ਬਾਅਦ ਉਸਨੇ ਬੈਠੇ ਹੋਏ ਲੋਕਾਂ ਵਿੱਚ ਉਹ ਵੰਡ ਦਿੱਤੀਆਂ। ਇਸੇ ਤਰ੍ਹਾਂ ਮੱਛੀਆਂ ਵੀ, ਜਿੰਨੀਆਂ ਉਹ ਚਾਹੁੰਦੇ ਸਨ। ਜਦੋਂ ਉਹਨਾਂ ਨੇ ਰੱਜ ਕੇ ਖਾ ਲਿਆ ਤਾਂ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰੋ ਤਾਂ ਜੋ ਕੁਝ ਵੀ ਨਸ਼ਟ ਨਾ ਹੋਵੇ। ਇਸ ਲਈ ਚੇਲਿਆਂ ਨੇ ਉਹਨਾਂ ਟੁਕੜਿਆਂ ਨੂੰ ਜਮ੍ਹਾਂ ਕੀਤਾ ਅਤੇ 12 ਟੋਕਰੇ ਭਰ ਲਏ, ਜੋ ਜੌਂ ਦੀਆਂ 5 ਰੋਟੀਆਂ ਵਿੱਚੋਂ ਲੋਕਾਂ ਦੇ ਖਾਣ ਤੋਂ ਬਾਅਦ ਬਾਕੀ ਬਚ ਗਏ ਸਨ। ਜਦੋਂ ਲੋਕਾਂ ਨੇ ਇਹ ਨਿਸ਼ਾਨ ਵੇਖਿਆ ਜੋ ਉਸਨੇ ਕੀਤਾ ਸੀ, ਤਾਂ ਉਹਨਾਂ ਨੇ ਕਿਹਾ, ਇਹ ਅਸਲ ਵਿੱਚ ਉਹ ਨਬੀ ਹੈ ਜੋ ਸੰਸਾਰ ਵਿੱਚ ਆਉਣ ਵਾਲਾ ਹੈ। ਤਦ ਇਹ ਜਾਣਦੇ ਹੋਏ ਕਿ ਲੋਕ ਆ ਕੇ ਉਸ ਨੂੰ ਜ਼ਬਰਦਸਤੀ ਫੜ ਕੇ ਰਾਜਾ ਬਣਾਉਣ ਵਾਲੇ ਹਨ, ਯਿਸੂ ਇਕੱਲਾ ਫਿਰ ਪਹਾੜ ਵੱਲ ਨਿਕਲ ਗਿਆ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਬਸੇਵੇ ਪਿਆਰੇ ਭੈਣ ਤੇ ਭਰਾਓ, ਸ਼ੁਰੂਆਤ ਵਿੱਚ ਮੈਂ ਆਖਿਆ ਕਿ ਖੁਦਾ ਨੇ ਜਿੰਨੇ ਵੀ ਕਾਇਨਾਤ ਦੀ ਰਚਨਾ ਕੀਤੀ ਹੈ, ਇਨਸਾਨ ਦੀ ਜਾਂ ਬਾਕੀ ਪ੍ਰਾਣੀਆਂ ਦੀ, ਜੀਵ ਜੰਤੂਆਂ ਦੀ, ਸਾਰਿਆਂ ਦੀ, ਸਭ ਦੀ ਦੇਖਭਾਲ ਕਰਦਾ ਹੈ, ਕਿਉਂਕਿ ਉਸਨੇ ਸਭ ਨੂੰ ਰਚਿਆ ਹੈ। ਇਸ ਕਰਕੇ ਸਭ ਦੀਆਂ ਲੋੜਾਂ ਅਤੇ ਜ਼ਰੂਰਤਾਂ ਨੂੰ ਜਾਣਦਾ ਹੈ। ਅਸੀਂ ਵੇਖਦੇ ਹਾਂ ਜਿੰਨੇ ਵੀ ਬਾਕੀ ਪ੍ਰਾਣੀ ਹਨ, ਇਨਸਾਨ ਤੋਂ ਇਲਾਵਾ, ਉਹ ਸਾਰੇ ਆਪਣੇ ਸੁਭਾਅ ਦੇ ਮੁਤਾਬਕ ਆਪੋ ਆਪਣਾ ਕੰਮ ਕਰਦੇ ਹਨ, ਪਰ ਉਹਨਾਂ ਵਿੱਚ ਇਹ ਚਿੰਤਾ ਨਹੀਂ ਹੁੰਦੀ ਕਿ ਅਸੀਂ ਕੱਲ੍ਹ ਨੂੰ ਕੀ ਖਾਣਾ ਹੈ, ਕੱਲ੍ਹ ਦੇ ਲਈ ਅੱਜ ਹੀ ਅਸੀਂ ਇਕੱਠਾ ਕਰਕੇ ਰੱਖ ਲਈਏ। ਇੱਦਾਂ ਦੀ ਕੋਈ ਚੀਜ਼ ਉਹਨਾਂ ਵਿੱਚ ਨਹੀਂ ਪਾਈ ਜਾਂਦੀ। ਉਹ ਉਹੀ ਕਰਦੇ ਹਨ ਜਿੱਦਾਂ ਦਾ ਉਹਨਾਂ ਦਾ ਸੁਭਾਅ ਹੈ, ਜਿੰਨਾ ਕੋ ਕਰ ਸਕਦੇ ਹਨ। ਪਿਆਰਿਓ, ਅਸੀਂ ਆਪਣੇ ਆਪ ਵੱਲ ਧਿਆਨ ਦਈਏ ਅਤੇ ਅੱਜ ਦੇ ਇਸ ਵਚਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਪ੍ਰਭੂ ਯਿਸੂ ਦੇ ਕੋਲ ਪਹੁੰਚਦੇ ਹਨ। ਪ੍ਰਭੂ ਯਿਸੂ ਨੂੰ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਬਾਰੇ ਪਤਾ ਹੈ,
ਕੁਝ ਲੋਕ ਪ੍ਰਭੂ ਯਿਸੂ ਦੇ ਚਮਤਕਾਰ ਦੇਖਣ ਲਈ ਆਉਂਦੇ ਹਨ, ਕੁਝ ਲੋਕ ਪ੍ਰਭੂ ਯਿਸੂ ਤੋਂ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਉਂਦੇ ਹਨ, ਕੁਝ ਲੋਕ ਵੱਖ-ਵੱਖ ਤਰ੍ਹਾਂ ਦੇ ਉਦੇਸ਼ ਮਕਸਦਾਂ ਦੇ ਨਾਲ ਪ੍ਰਭੂ ਯਿਸੂ ਦੇ ਕੋਲ ਆਉਂਦੇ ਹਨ। ਪ੍ਰਭੂ ਯਿਸੂ ਨੂੰ ਸਭ ਦੀਆਂ ਹਰ ਤਰ੍ਹਾਂ ਦੀ ਜੋ ਲੋੜ ਹੈ, ਹਰ ਤਰ੍ਹਾਂ ਦੀ ਜ਼ਰੂਰਤ ਹੈ, ਸਭ ਕੁਝ ਦਾ ਪਤਾ ਹੈ। ਇਸ ਕਰਕੇ ਪ੍ਰਭੂ ਉਹਨਾਂ ਨੂੰ ਆਤਮਿਕ ਲੋੜਾਂ ਦੀ ਪੂਰਤੀ ਲਈ ਜਾਂ ਸਰੀਰਕ ਲੋੜਾਂ ਦੀ ਪੂਰਤੀ, ਇਹ ਸਾਰਾ ਕੁਝ ਉਹਨਾਂ ਨੂੰ ਮੁਹੱਈਆ ਕਰਦਾ ਹੈ। ਵਚਨ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਸਭ ਤੋਂ ਪਹਿਲਾਂ ਉਹ ਆਪਣੇ ਚੇਲਿਆਂ ਨੂੰ ਪੁੱਛਦਾ ਹੈ, ਕਿਉਂਕਿ ਉਹ ਦੇ ਚੇਲੇ ਸਿਰਫ ਆਪਣੇ ਆਪ ਦੇ ਬਾਰੇ ਸੋਚਦੇ ਹਨ। ਉਹ ਆਪਣੇ ਚੇਲਿਆਂ ਨੂੰ ਪੁੱਛਦਾ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਲਈ ਭੋਜਨ ਦੀ ਵਿਵਸਥਾ ਪ੍ਰਬੰਧ ਕਰ ਸਕਦੇ ਹਾਂ ਜਾਂ ਨਹੀਂ। ਪਰ ਯਿਸੂ ਉਹਨਾਂ ਵਿੱਚ ਵਿਸ਼ਵਾਸ ਲੱਭਣਾ ਚਾਹੁੰਦਾ ਸੀ ਕਿ ਇਹਨਾਂ ਵਿੱਚ ਵਿਸ਼ਵਾਸ ਹੈ ਜਾਂ ਨਹੀਂ। ਆਪਾਂ ਅੱਜ ਦਾ ਪਾਠ ਯੂਹੰਨਾ ਦੀ ਅੰਜੀਲ ਦੇ 6ਵੇਂ ਅਧਿਆਇ ਵਿੱਚੋਂ ਪੜ੍ਹਿਆ। ਜੇਕਰ ਇਸ ਤੋਂ ਪਹਿਲਾਂ 5 ਅਧਿਆਇ ਵੇਖੀਏ, ਆਪਾਂ ਵੇਖਦੇ ਹਾਂ ਕਿ ਪ੍ਰਭੂ ਯਿਸੂ ਦਾ ਪਹਿਲਾ ਚਮਤਕਾਰ ਪਾਣੀ ਨੂੰ ਅੰਗੂਰੀ ਮੈਅ ਵਿੱਚ ਬਦਲਣਾ ਦੂਜੇ ਅਧਿਆਇ ਵਿੱਚ ਆਪਾਂ ਪੜ੍ਹਦੇ ਹਾਂ। ਉਸ ਤੋਂ ਆਪਾਂ ਅੱਗੇ ਪੜ੍ਹਦੇ ਹਾਂ ਚੌਥੇ ਅਧਿਆਇ ਵਿੱਚ ਕਿ ਪ੍ਰਭੂ ਯਿਸੂ ਸਾਮਰੀ ਔਰਤ ਨੂੰ ਉਹਦੇ ਜੀਵਨ ਵਿੱਚ ਕੀਤੀਆਂ ਸਾਰੀਆਂ ਬੁਰਾਈਆਂ ਬਾਰੇ ਦੱਸਦਾ ਹੈ ਅਤੇ ਇਸ ਨਾਲ ਸਾਮਰੀ ਔਰਤ ਦਾ ਜੀਵਨ ਪਰਿਵਰਤਿਤ ਹੁੰਦਾ ਹੈ। ਅਗਲਾ 5ਵਾਂ ਅਧਿਆਇ ਆਪਾਂ ਵੇਖਦੇ ਹਾਂ ਕਿ ਇੱਕ 38 ਸਾਲ ਤੋਂ ਬਿਮਾਰ ਆਦਮੀ ਹੁੰਦਾ ਹੈ, ਉਸ ਨੂੰ ਪ੍ਰਭੂ ਚੰਗਾ ਕਰਦਾ ਹੈ। ਉਸੇ ਅਧਿਆਇ ਵਿੱਚ ਆਪਾਂ ਵੇਖਦੇ ਹਾਂ ਕਿ ਇੱਕ ਉੱਚ ਅਧਿਕਾਰੀ ਦੇ ਪੁੱਤਰ ਨੂੰ ਪ੍ਰਭੂ ਯਿਸੂ ਚੰਗਾ ਕਰਦਾ ਹੈ। ਇਹਨਾਂ ਸਾਰੇ ਚਮਤਕਾਰਾਂ ਨੂੰ ਦੇਖਣ ਤੋਂ ਬਾਅਦ ਵੀ ਚੇਲੇ ਇਹ ਨਹੀਂ ਕਹਿ ਸਕੇ, ਪ੍ਰਭੂ ਜੀ ਤੁਹਾਡੇ ਲਈ ਤਾਂ ਕੁਝ ਵੀ ਅਸੰਭਵ ਨਹੀਂ ਹੈ। ਇਹਨਾਂ ਲੋਕਾਂ ਨੂੰ ਰਜਾਉਣਾ ਜਾਂ ਹਰ ਤਰ੍ਹਾਂ ਦੀ ਇਹਨਾਂ ਦੀ ਲੋੜ ਨੂੰ ਪੂਰਾ ਕਰਨਾ ਤੁਹਾਡੇ ਲਈ ਕੋਈ ਮੁਸ਼ਕਿਲ ਨਹੀਂ ਹੈ। ਇਸ ਗੱਲ ਦੀ ਪਰਖ ਕਰਨ ਲਈ ਪ੍ਰਭੂ ਯਿਸੂ ਚੇਲਿਆਂ ਨੂੰ ਪੁੱਛਦੇ ਹਨ ਕਿ ਤੁਹਾਡੇ ਕੋਲ ਕੁਝ ਹੈ, ਕਿ ਅਸੀਂ ਇਹਨਾਂ ਸਾਰੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ, ਇਹਨਾਂ ਦੀ ਭੁੱਖ ਨੂੰ ਤ੍ਰਿਪਤ ਕਰ ਸਕਦੇ ਹਾਂ ਜਾਂ ਨਹੀਂ। ਉਹ ਇਹ ਨਹੀਂ ਕਹਿ ਸਕੇ, ਪ੍ਰਭੂ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਹਾਡੇ ਲਈ ਸਭ ਕੁਝ ਸੰਭਵ ਹੈ। ਹੁਣ ਖੁਦਾ ਸਾਰਾ ਕੁਝ ਕਰ ਸਕਦਾ ਹੈ, ਖੁਦਾ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਪਰ ਖੁਦਾ ਸਾਡੇ ਕੋਲ ਕੁਝ ਮੰਗ ਕਰਦਾ ਹੈ। ਪਹਿਲੀ ਮੰਗ ਇਹ ਕਰਦਾ ਹੈ ਕਿ ਸਾਡੇ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਖੁਦਾ ਉੱਤੇ ਨਿਰਭਰ ਹਾਂ ਅਤੇ ਖੁਦਾ ਸਾਡੇ ਲਈ ਸਭ ਕੁਝ ਕਰੇਗਾ। ਪਹਿਲੀ ਗੱਲ ਸਾਡੇ ਵਿੱਚ ਇਹ ਹੋਣੀ ਚਾਹੀਦੀ ਹੈ, ਵਿਸ਼ਵਾਸ ਕਿ ਖੁਦਾ ਸਾਡੇ ਲਈ ਸਭ ਕੁਝ ਕਰਦਾ ਹੈ, ਕਰੇਗਾ। ਦੂਜੀ ਗੱਲ ਹੈ, ਜੋ ਕੁਝ ਥੋੜ੍ਹਾ ਬਹੁਤਾ ਸਾਡੇ ਕੋਲ ਹੈ ਅਸੀਂ ਉਹ ਖੁਦਾ ਦੇ ਅੱਗੇ ਅਰਪਣ ਕਰੀਏ। ਇਹਨਾਂ 5000 ਲੋਕਾਂ ਦੀ ਭੀੜ ਵਿੱਚੋਂ ਸਿਰਫ ਇੱਕ ਹੀ ਲੜਕੇ ਕੋਲ 5 ਰੋਟੀਆਂ ਤੇ 2 ਮੱਛੀਆਂ ਹੁੰਦੀਆਂ ਹਨ। ਜੇਕਰ ਉਹ ਵੀ ਸਵਾਰਥੀ ਬਣ ਜਾਂਦਾ ਕਿ ਨਹੀਂ ਵੀ ਇਹ ਸਿਰਫ ਮੇਰੇ ਲਈ ਹਨ ਜਾਂ ਮੇਰੇ ਨਾਲ ਜੋ ਆਏ ਹਨ ਸਿਰਫ ਉਹਨਾਂ ਲਈ ਹੈ, ਮੈਂ ਇਹ ਸਾਂਝੀਆਂ ਨਹੀਂ ਕਰਨੀਆਂ, ਤਾਂ ਸ਼ਾਇਦ ਇਹ 5000 ਲੋਕਾਂ ਨੂੰ ਰਜਾਉਣ ਦਾ ਜੋ ਚਮਤਕਾਰ ਹੋਣਾ ਸੀ ਸ਼ਾਇਦ ਨਹੀਂ ਸੀ ਹੋਣਾ। ਜੋ ਤੁਹਾਡੇ ਕੋਲ ਹੈ, ਆਪਣੀ ਸੱਚੀ ਸ਼ਰਧਾ ਦੇ ਨਾਲ ਇਸ ਚੜਾਵੇ ਨੂੰ ਸੱਚੇ ਤੌਰ 'ਤੇ ਸਹੀ ਤਰੀਕੇ ਨਾਲ ਜਦੋਂ ਆਪਾਂ ਖੁਦਾ ਅੱਗੇ ਲੈ ਕੇ ਆਉਂਦੇ ਹਾਂ, ਖੁਦਾ ਸਾਡੇ ਚੜਾਵਿਆਂ ਨੂੰ ਖਾਂਦਾ ਨਹੀਂ ਹੈ, ਨਾ ਹੀ ਉਸ ਨੂੰ ਸਾਡੇ ਚੜਾਵਿਆਂ ਦੀ ਲੋੜ ਹੈ। ਉਹ ਸਿਰਫ ਸਾਡੀ ਸ਼ਰਧਾ ਨੂੰ ਵੇਖਦਾ ਹੈ ਕਿ ਸਾਡੇ ਵਿੱਚ ਸ਼ਰਧਾ ਕਿੰਨੀ ਹੈ, ਈਮਾਨ ਕਿੰਨਾ ਹੈ। ਔਰ ਸ਼ਰਧਾ ਭਾਵਨਾ ਜੋ ਅਸੀਂ ਕੁਛ ਵੀ ਪ੍ਰਭੂ ਦੇ ਕੋਲ ਲੈ ਕੇ ਆਉਂਦੇ ਹਾਂ, ਪ੍ਰਭੂ ਉਸ ਵਿੱਚ ਬਰਕਤ ਪਾਉਂਦਾ ਹੈ, ਉਸ ਨੂੰ ਬਰਕਤ ਦੇ ਕੇ ਉਸ ਵਿੱਚ ਵਾਧਾ ਪਾਉਂਦਾ ਹੈ ਅਤੇ ਵਾਪਸ ਸਾਨੂੰ ਮੋੜ ਦਿੰਦਾ ਹੈ। ਇਸ ਤਰ੍ਹਾਂ ਪ੍ਰਭੂ ਕਰਦਾ ਹੈ। ਸਾਡੇ ਵਿੱਚ ਇਹ 2 ਗੱਲਾਂ ਹੋਣੀਆਂ ਚਾਹੀਦੀਆਂ, ਵਿਸ਼ਵਾਸ ਕਿ ਅਸੀਂ ਖੁਦਾ ਉੱਤੇ ਨਿਰਭਰ ਹਾਂ ਅਤੇ ਖੁਦਾ ਸਾਡੇ ਲਈ ਸਾਰਾ ਕੁਛ ਕਰੇਗਾ। ਦੂਜਾ, ਜੋ ਕੁਝ ਵੀ ਹੈ ਅਸੀਂ ਖੁਦਾ ਅੱਗੇ ਅਰਪਣ ਕਰੀਏ ਤਾਂ ਜੋ ਉਹਦੇ ਵਿੱਚ ਖੁਦਾ ਵਾਧਾ ਪਾਵੇ, ਉਸ ਵਾਧੇ ਨਾਲ ਸਾਡੇ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ। ਅਤੇ ਤੀਜੀ ਗੱਲ ਇਹ ਹੈ ਕਿ ਸਾਡੇ ਵਿੱਚ ਜੋ ਸਵਾਰਥੀ ਭਾਵਨਾ ਆ ਉਹ ਨਹੀਂ ਹੋਣੀ ਚਾਹੀਦੀ। ਅਸੀਂ ਦੂਜਿਆਂ ਨਾਲ ਸਾਂਝਾ ਕਰਕੇ ਜਾਂ ਵੰਡ ਕੇ ਖਾਣਾ ਸਿੱਖੀਏ, ਜਾਂ ਜੋ ਵੀ ਸਾਡੇ ਕੋਲ ਹੁੰਦਾ ਹੈ ਦੂਜਿਆਂ ਨਾਲ ਸਾਂਝਾ ਕਰੀਏ, ਤਾਂ ਜੋ ਸਾਡੇ ਰਾਹੀਂ ਖੁਦਾ ਦੀਆਂ ਬਰਕਤਾਂ ਦੂਜੇ ਲੋਕਾਂ ਤੱਕ ਵੀ ਪਹੁੰਚ ਸਕਣ। ਆਓ ਅਸੀਂ ਇਸ ਫਜ਼ਲ ਲਈ ਖੁਦਾ ਦੇ ਅੱਗੇ ਪ੍ਰਾਰਥਨਾ ਕਰੀਏ। ਐ ਪਿਆਰੇ ਪਿਤਾ ਪਰਮੇਸ਼ਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੰਜੀਲ ਦੇ ਅਤੇ ਵਚਨਾਂ ਦੇ ਲਈ। ਪਿਤਾ ਪਰਮੇਸ਼ਰ, ਸਾਨੂੰ ਇਹ ਫਜ਼ਲ ਬਖਸ਼ੋ ਕਿ ਜੋ ਵੀ ਅਸੀਂ ਬਰਕਤਾਂ ਹਾਸਲ ਕੀਤੀਆਂ ਹਨ ਉਹ ਹਮੇਸ਼ਾ ਸਾਡੇ ਘਰਾਂ ਪਰਿਵਾਰਾਂ ਵਿੱਚ ਕਾਇਮ ਰਹਿਣ। ਐ ਪ੍ਰਭੂ, ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਜਾਣਦੇ ਹੋ। ਐ ਪ੍ਰਭੂ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਅਰਜ਼ਾਂ ਮਿੰਨਤਾਂ ਨੂੰ ਹਮੇਸ਼ਾ ਪੂਰਾ ਕਰੋਗੇ।
ਅਸੀਂ ਖਾਸ ਤੌਰ ਤੇ ਉਹਨਾਂ ਲੋੜਵੰਦ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ। ਐ ਪ੍ਰਭੂ ਉਹਨਾਂ ਤੇ ਦਇਆ ਕਰੋ, ਉਹਨਾਂ ਦੀਆਂ ਜ਼ਰੂਰਤਾਂ ਨੂੰ ਆਪਣੀ ਦਇਆ ਵਿੱਚ ਹਮੇਸ਼ਾ ਪੂਰਾ ਕਰੋ। ਅਸੀਂ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਗੁਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤ ਅਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਆਪਣੇ ਪਰਿਵਾਰ ਦੇ ਨਿਸ਼ਾਨਿਆਂ ਨੂੰ ਤਰਸ ਨਾਲ ਕਬੂਲ ਕਰ, ਆਪਣੀ ਹਿਫਾਜ਼ਤ ਦੇ ਰਾਹੀਂ ਬਖਸ਼ ਦੇ ਕਿ ਉਹ ਤੇਰੇ ਤੋਂ ਮਿਲੀਆਂ ਬਰਕਤਾਂ ਨੂੰ ਕਦੇ ਖੋ ਨਾ ਦੇਣ, ਸਗੋਂ ਸਦੀਵੀ ਸੁਗਾਤਾਂ ਨੂੰ ਹਾਸਲ ਕਰ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੀ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ, ਜਦੋਂ ਮਸੀਹ ਸਾਡੇ ਲਈ ਪਾਸਕਾ ਲੀਲਾ ਕੁਰਬਾਨ ਹੋਇਆ। ਉਹ ਹੁਣ ਵੀ ਸਾਡਾ ਪੁਰੋਹਿਤ ਹੈ, ਜੋ ਖੁਦਾ ਬਾਪ ਅੱਗੇ ਹਮੇਸ਼ਾ ਸਾਡੇ ਲਈ ਵਕਾਲਤ ਕਰਦਾ ਹੈ। ਮਸੀਹ ਉਹ ਬਲੀ ਦਾ ਲੀਲਾ ਹੈ ਜੋ ਹੁਣ ਕਦੀ ਨਹੀਂ ਮਰੇਗਾ। ਉਹ ਕੁਰਬਾਨ ਕੀਤਾ ਗਿਆ ਸੀ ਪਰ ਹੁਣ ਹਮੇਸ਼ਾ ਲਈ ਜ਼ਿੰਦਾ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਦ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ऐ प्रभु तो सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੋਂ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ
ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ऐ प्रभु, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਇਸ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਵਿਸ਼ਵਾਸ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ ਧੰਨ ਰਸੂਲਾਂ, ਸੰਤਨੀ ਕੈਥਰੀਨ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਤੇ ਉਸਦੇ ਨਾਲ ਤੇ ਉਸਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੱਕ। आमीन। आओ ਅਸੀਂ खुदा ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, तेरा नाम पाक मनिया जावे, तेरा राज आवे, तेरी मर्जी जिस तरह आसमान उते पूरी हुंदी है जमीन उते भी होवे। साडी रोज दी रोटी अज सानू दे, साडे कसूर सानू माफ कर जिस तरह असी अपने कसूरवारां नू माफ करदे हां। सानू अजमाइश विच ना पा सगों बुराई तो बचा। ऐ प्रभु असी प्रार्थना करदे हां सब बुराइयां तो सानू बचा। अपनी रहम नाल साडे दिनां विच शांति दे ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਂਹ ਰੱਖਦੇ ਹੋਏ
ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲਿਆ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ।
ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਜਿਨ੍ਹਾਂ ਨੂੰ ਤੂੰ ਆਪਣੀ ਦਇਆ ਨਾਲ ਬਚਾਇਆ ਹੈ, ਉਹਨਾਂ ਨੂੰ ਸੰਭਾਲ ਕੇ ਰੱਖ, ਤਾਂ ਜੋ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਸਲੀਬੀ ਦੁੱਖ ਤਸੀਹਾਂ ਨਾਲ ਮੁਕਤ ਕੀਤੇ ਹੋਏ ਉਹ ਉਸ ਦੇ ਜੀ ਉੱਠਣ ਦੀ ਖੁਸ਼ੀ ਮਹਿਸੂਸ ਕਰ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਹਾਲੇਲੂਇਆ, ਹਾਲੇਲੂਇਆ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ, ਹਾਲੇਲੂਇਆ। ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇਦਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।